ਜਪਜੀ ਸਾਹਿਬ ਦੀ ਵਿਆਖਿਆ ਓਸ਼ੋ ਰਾਏ। ਇਸ ਸਾਰੇ ਅਨੰਤ ਫੈਲਾਅ 'ਚ ਲੁਕਿਆ ਹੈ ਇੱਕ। ਫੈਲਾਅ ਅਨੇਕ ਹਨ, ਅਨੰਤ ਰੂਪ ਹਨ, ਪਰ ਜਿਹੜਾ ਲੁਕਿਆ ਹੈ ਉਹ ਇੱਕ ਹੈ। ਅਤੇ ਜੇਕਰ ਤੁਸੀਂ ਫੈਲਾਅ ਉੱਤੇ ਧਿਆਨ ਦਿੱਤਾ ਤਾਂ ਤੁਸੀਂ ਸੰਸਾਰ 'ਚ ਭਟਕ ਜਾਓਗੇ। ਜੇ ਤੁਸੀਂ ਇੱਕ 'ਤੇ ਨਜ਼ਰ ਰੱਖੀ ਤਾਂ ਤੁਸੀਂ ਪਰਮਾਤਮਾ ਕੋਲ ਪੁੱਜ ਜਾਓਗੇ। ਇਹਨੂੰ ਇਸ ਤਰ੍ਹਾਂ ਸਮਝੋ, ਇੱਕ ਮਾਲਾ ਹੈ, ਉਸ 'ਚ ਮਣਕੇ ਹਨ। ਮਣਕੇ ਅਨੇਕ ਹਨ, ਪਰ ਹਰ ਮਣਕੇ ਦੇ ਅੰਦਰ ਧਾਗਾ ਇੱਕੋ ਹੀ ਪਰੋਇਆ ਹੋਇਆ ਹੈ। ਅਨਸਿਊ ਤੇ ਇੱਕ ਹੀ ਧਾਗਾ ਹੈ। ਜੇਕਰ ਤੁਸੀਂ ਮਣਕੇ ਫੜੇ ਤਾਂ ਤੁਸੀਂ ਸੰਸਾਰ 'ਚ ਭਟਕ ਜਾਓਗੇ। ਜੇਕਰ ਤੁਸੀਂ ਧਾਗਾ ਫੜ ਲਿਆ ਤਾਂ ਤੁਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਲਓਗੇ। ਸਾਗਰ ਦੀ ਸਤ੍ਹਾ ਉੱਤੇ ਅਨੇਕ ਲਹਿਰਾਂ ਹਨ, ਅਨੰਤ ਲਹਿਰਾਂ ਹਨ। ਜੇਕਰ ਤੁਸੀਂ ਸਾਗਰ ਉੱਤੇ ਧਿਆਨ ਨਾ ਦਿੱਤਾ ਤੇ ਲਹਿਰਾਂ ਦਾ ਖਿਆਲ ਕੀਤਾ, ਤੁਸੀਂ ਭਟਕਦੇ ਹੀ ਚਲੇ ਜਾਓਗੇ। ਕਿਉਂਕਿ ਲਹਿਰਾਂ ਤਾਂ ਬਣਦੀਆਂ ਹੀ ਰਹਿਣਗੀਆਂ, ਮਿਟਦੀਆਂ ਹੀ ਰਹਿਣਗੀਆਂ, ਉਹਨਾਂ ਦਾ ਕੋਈ ਪਾਰਾਵਾਰ ਨਹੀਂ ਹੈ। ਇੱਕ ਲਹਿਰ ਦੂਜੀ 'ਚ ਲੈ ਜਾਏਗੀ, ਦੂਜੀ ਤੀਜੀ 'ਚ ਲੈ ਜਾਏਗੀ। ਤੁਸੀਂ ਲਹਿਰਾਂ ਉੱਤੇ ਭਟਕਦੀ ਹੋਈ ਤੁੱਛ ਕਾਗਜ਼ ਦੀ ਬੇੜੀ ਵਰਗੇ ਹੋ ਜਾਓਗੇ, ਜਿਹੜੀ ਇਸ ਲਹਿਰ ਤੋਂ ਉਸ ਲਹਿਰ ਵਿੱਚ ਜਾਏਗੀ, ਇਸ ਲਹਿਰ 'ਚ ਡੁੱਬੇਗੀ, ਉਸ ਲਹਿਰ 'ਚ ਡੁੱਬੇਗੀ, ਇੱਧਰ ਦੁੱਖ ਪਾਏਗੀ, ਉੱਧਰ ਦੁੱਖ ਪਾਏਗੀ। ਤੁਸੀਂ ਮੰਜ਼ਿਲ ਤੱਕ ਨਹੀਂ ਪੁੱਜ ਸਕੋਗੇ, ਕਿਉਂਕਿ ਲਹਿਰਾਂ ਵਿੱਚ ਮੰਜ਼ਿਲ ਨਹੀਂ ਹੋ ਸਕਦੀ। ਲਹਿਰਾਂ 'ਚ ਤਾਂ ਬਦਲਾਓ ਹੈ ਅਤੇ ਮੰਜ਼ਿਲ ਤਾਂ ਸ਼ਾਸ਼ਵਤ ਹੋਏਗੀ। ਲਹਿਰਾਂ 'ਚ ਆਰਾਮ ਨਹੀਂ ਹੋ ਸਕਦਾ। ਆਰਾਮ ਤਾਂ ਉੱਥੇ ਹੋਏਗਾ ਜਿੱਥੇ ਸਾਰੀਆਂ ਲਹਿਰਾਂ ਸ਼ਾਂਤ ਹੋ ਜਾਂਦੀਆਂ। ਤੁਸੀਂ ਉਹਨੂੰ ਪਾ ਲੈਂਦੇ ਹੋ ਜਿਹੜਾ ਬਦਲਦਾ ਹੀ ਨਹੀਂ। ਤੁਸੀਂ ਖਿਆਲ ਕੀਤਾ, ਜਿੰਨੀ ਤੁਹਾਡੇ ਜੀਵਨ 'ਚ ਬਦਲਾਹਟ ਹੁੰਦੀ ਹੈ ਉਨੀ ਅਸ਼ਾਂਤੀ ਹੁੰਦੀ ਹੈ। ਇਸ ਲਈ ਤਾਂ ਅੱਜ ਦੀ ਦੁਨੀਆ 'ਚ ਬਹੁਤ ਅਸ਼ਾਂਤੀ ਵੱਧ ਗਈ ਹੈ, ਕਿਉਂਕਿ ਬਦਲਾਹਟ ਬਹੁਤ ਵੱਧ ਗਈ ਹੈ। ਬਦਲਾਹਟ ਹਰ ਪਲ ਹੋ ਰਹੀ ਹੈ। ਵਿਗਿਆਨਕ ਹਿਸਾਬ ਲਾਉਂਦੇ ਹੈ ਕਿ ਈਸਾ ਤੋਂ ਪਹਿਲਾਂ 5000 ਸਾਲ 'ਚ ਜਿੰਨੀ ਬਦਲਾਹਟ ਹੁੰਦੀ ਸੀ, ਈਸਾ ਤੋਂ ਬਾਅਦ 1000 ਸਾਲ 'ਚ ਉਨੀ ਬਦਲਾਹਟ ਹੋਣ ਲੱਗੀ। ਫਿਰ ਈਸਾ ਦੇ 1000 ਸਾਲਾਂ ਬਾਅਦ 200 ਵਰ੍ਹਿਆਂ 'ਚ ਉਨੀ ਬਦਲਾਹਟ ਹੋਣ ਲੱਗੀ। ਫਿਰ ਈਸਾ ਦੇ 1000 ਸਾਲ ਬਾਅਦ 200 ਵਰ੍ਹਿਆਂ 'ਚ ਉਨੀ ਬਦਲਾਹਟ। ਇਸ ਸਦੀ 'ਚ ਪੁੱਜਦੇ ਪੁੱਜਦੇ ਈਸਾ ਤੋਂ ਪਹਿਲਾਂ 5000 ਸਾਲ 'ਚ ਜਿੰਨੀ ਬਦਲਾਹਟ ਹੁੰਦੀ ਸੀ, ਉਨੀ ਹੁਣ 5 ਸਾਲ ਵਿੱਚ ਹੁੰਦੀ ਹੈ। ਇਸ ਸਦੀ ਦੇ ਪੂਰੇ ਹੁੰਦੇ ਹੁੰਦੇ ਉਨੀ ਬਦਲਾਹਟ 5 ਮਹੀਨਿਆਂ 'ਚ ਹੋਣ ਲੱਗੇਗੀ। ਬਦਲਾਹਟ ਇੰਨੀ ਤੇਜ਼ੀ ਨਾਲ ਹੋ ਰਹੀ ਹੈ ਕਿ ਤੁਸੀਂ ਠਹਿਰ ਹੀ ਨਹੀਂ ਪਾਉਂਦੇ ਇੱਕ ਲਹਿਰ ਉੱਤੇ ਕਿ ਦੂਜੀ ਲਹਿਰ ਆ ਜਾਂਦੀ ਹੈ। ਜੇਕਰ ਤੁਸੀਂ ਬੁੱਢੇ ਆਦਮੀਆਂ ਤੋਂ ਪਿੰਡ 'ਚ ਜਾ ਕੇ ਪੁੱਛੋ, ਉਹ ਕਹਿਣਗੇ ਉਹਨਾਂ ਦਾ ਪਿੰਡ ਕਰੀਬ ਕਰੀਬ ਉਹੋ ਜਿਹਾ ਹੀ ਰਿਹਾ ਹੈ ਜਿਹੋ ਜਿਹਾ ਸੀ ਜਦੋਂ ਪੈਦਾ ਹੋਏ ਸੀ। ਤਦ ਸੀ ਉਹੋ ਜਿਹਾ, ਹੁਣ ਵੀ ਉਹੋ ਜਿਹਾ। ਪਰ ਤੁਹਾਡੇ ਸ਼ਹਿਰ ਤੋਂ ਜਿਹੜੇ ਕਿ ਭਵਿੱਖ ਦੇ ਨਕਸ਼ੇ ਹਨ, ਉੱਥੇ ਕੁਝ ਵੀ ਦੂਜੇ ਦਿਨ ਉਹੋ ਜਿਹਾ ਨਹੀਂ ਹੈ। ਸਭ ਬਦਲ ਰਿਹਾ ਹੈ। ਪੱਛਮ ਵਿੱਚ ਤਾਂ ਬਦਲਾਹਟ ਬਹੁਤ ਭਿਆਨਕ ਹੋ ਰਹੀ ਹੈ। ਅਮਰੀਕਾ ਵਿੱਚ ਮਨੁੱਖ 3 ਸਾਲ ਤੋਂ ਜ਼ਿਆਦਾ ਇੱਕ ਪਿੰਡ ਵਿੱਚ ਨਹੀਂ ਰਹਿੰਦਾ। ਔਸਤ ਆਦਮੀ ਦੇ ਰਹਿਣ ਦੀ ਵਿਵਸਥਾ 3 ਸਾਲ 'ਚ ਹੋ ਗਈ ਹੈ। ਹਰ 3 ਸਾਲਾਂ ਵਿੱਚ ਦੂਜੇ ਪਿੰਡ ਪੁੱਜ ਜਾਂਦਾ ਹੈ। ਇਹ ਤਾਂ ਔਸਤ ਆਦਮੀ ਦੀ ਗੱਲ ਹੈ। ਇਸ 'ਚ 50% ਤਾਂ ਲੋਕ ਅਜਿਹੇ ਹੈ ਜਿਹੜੇ ਕਾਫੀ ਦੇਰ ਤੱਕ ਠਹਿਰਦੇ ਹੈ। ਉਹਨਾਂ ਦਾ ਵੀ ਹਿਸਾਬ ਜੋੜਿਆ ਹੋਇਆ। ਕੁਝ ਲੋਕ ਤਾਂ ਹਰ 2-4 ਮਹੀਨੇ 'ਚ ਬਦਲ ਰਹੇ ਹੈ। ਪਿੰਡ ਬਦਲਦਾ ਹੈ, ਹਵਾ ਬਦਲਦੀ ਹੈ, ਮੌਸਮ ਬਦਲਦਾ ਹੈ, ਕੱਪੜੇ ਬਦਲਦੇ ਹੈ, ਕਾਰ ਬਦਲਦੀ ਹੈ, ਖਾਣਾ ਬਦਲਦਾ ਹੈ, ਲਹਿਰਾਂ ਵੱਧਦੀਆਂ। ਤੁਹਾਡੇ ਮਨ ਨੂੰ ਅਜਿਹਾ ਲੱਗਦਾ ਜਿੰਨੀ ਬਦਲਾਹਟ ਹੁੰਦੀ ਹੈ ਉਨਾ ਤੁਸੀਂ ਸੁੱਖ ਪਾ ਰਹੇ ਹੋ। ਜਿੰਨੀ ਬਦਲਾਹਟ ਹੁੰਦੀ ਹੈ ਉਨਾ ਤੁਸੀਂ ਦੁੱਖ ਪਾ ਰਹੇ ਹੋ। ਕਿਉਂਕਿ ਹਰ ਵਾਰ ਜਿਵੇਂ ਪੌਦੇ ਨੂੰ ਉਹਦੀਆਂ ਜੜ੍ਹਾਂ ਤੋਂ ਪੁੱਟਣਾ ਪਵੇ, ਫਿਰ ਨਵੀਂ ਥਾਂ 'ਤੇ ਲਾਉਣਾ ਪਵੇ, ਫਿਰ ਪੁੱਟਣਾ ਪਵੇ, ਫਿਰ ਨਵੀਂ ਥਾਂ ਲਾਉਣਾ ਪਵੇ, ਤੁਸੀਂ ਜੰਮ ਵੀ ਨਹੀਂ ਪਾਉਂਦੇ, ਤੁਹਾਡੀਆਂ ਜੜ੍ਹਾਂ ਲੱਗ ਵੀ ਨਹੀਂ ਪਾਉਂਦੀਆਂ ਇੱਕ ਲਹਿਰ 'ਚ ਕਿ ਦੂਜੀ ਲਹਿਰ ਆ ਜਾਂਦੀ ਹੈ। ਜਿੰਨੀ ਬਦਲਾਹਟ ਹੁੰਦੀ ਹੈ ਉਨਾ ਜੀਵਨ ਨਰਕਮਈ ਹੋ ਜਾਏਗਾ। ਇਸ ਲਈ ਪੱਛਮ 'ਚ ਨਰਕ ਬਹੁਤ ਸੰਘਣਾ ਹੋ ਗਿਆ ਹੈ। ਪ੍ਰਾਚੀਨ ਦਿਨਾਂ 'ਚ ਪੂਰਬ ਬਹੁਤ ਸ਼ਾਂਤ ਸੀ, ਕਿਉਂਕਿ ਬਦਲਾਓ ਨਾ ਦੇ ਬਰਾਬਰ ਸੀ। ਚੀਜ਼ਾਂ ਠਹਿਰੀਆਂ ਹੋਈਆਂ ਸੀ ਅਤੇ ਉਸ ਠਹਿਰਾਓ 'ਚ ਸਾਗਰ 'ਚ ਉਤਰਨਾ ਆਸਾਨ ਸੀ, ਕਿਉਂਕਿ ਜੜ੍ਹਾਂ ਜੰਮੀਆਂ ਹੋਈਆਂ ਸਨ ਅਤੇ ਡੂੰਘੇ ਉਤਰਨ ਦੀ ਹਿੰਮਤ ਹੁੰਦੀ ਸੀ। ਇੱਕ ਗੱਲ ਧਿਆਨ ਰੱਖਣਾ, ਜੇਕਰ ਲਹਿਰ ਨਾਲ ਵਗਦੇ ਰਹੇ ਤਾਂ ਤੁਸੀਂ ਸੰਸਾਰਕ ਹੋ। ਜੇਕਰ ਲਹਿਰ 'ਚ ਹੌਲੀ ਹੌਲੀ ਤੁਸੀਂ ਸਾਗਰ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਤਾਂ ਤੁਸੀਂ ਸੰਨਿਆਸੀ ਹੋ ਗਏ। ਬਦਲਾਓ 'ਚ ਸ਼ਾਸ਼ਵਤ ਦੀ ਭਾਲ ਸੰਨਿਆਸ ਹੈ। ਬਦਲਦੇ ਹੋਏ ਵਿੱਚ ਨਾ ਬਦਲਦੇ ਹੋਏ ਨੂੰ ਫੜ ਲੈਣ ਦੀ ਕਲਾ ਸੰਨਿਆਸ ਹੈ। ਉਹੀ ਧਰਮ ਹੈ, ਉਹੀ ਸਾਰ ਹੈ।
ਸਾਰੇ ਵੇਦਾਂ, ਸਾਰੇ ਕੁਰਾਨਾਂ, ਸਾਰੇ ਇੰਜੀਲਾਂ ਦਾ। ਨਾਨਕ ਕਹਿੰਦੇ ਹਨ, ਕਿਤਾਬਾਂ ਦਾ ਕਹਿਣਾ ਹੈ ਕਿ 18,000 ਆਲਮ ਹਨ, 18,000 ਅਸਤਿਤਵ ਹਨ, ਲੇਕਿਨ ਤੱਤਵਤ ਇੱਕ ਹੀ ਸਤਾ ਹੈ। ਤੁਸੀਂ ਕਿਸ ਨੂੰ ਫੜੋਗੇ, ਇਸ 'ਤੇ ਨਿਰਭਰ ਕਰੇਗਾ। ਦੋਵੇਂ ਖੁੱਲ੍ਹੇ ਹੈ। ਚਾਹੋ ਤਾਂ ਪਰਿਵਰਤਨਸ਼ੀਲ ਨੂੰ ਫੜ ਲਓ, ਜੋ ਆਉਂਦਾ ਹੈ ਜਾਂਦਾ ਹੈ। ਚਾਹੋ ਤਾਂ ਉਹਨੂੰ ਫੜ ਲਓ ਜਿਹੜਾ ਨਾ ਕਦੇ ਆਉਂਦਾ ਨਾ ਕਦੇ ਜਾਂਦਾ, ਸਦਾ ਹੈ, ਅਤੇ ਜਿਹਦੀ ਛਾਤੀ ਉੱਤੇ ਸਾਰੇ ਬਦਲਾਅ ਹੁੰਦੇ ਹਨ ਅਤੇ ਵਾਪਰਦੇ ਹਨ, ਅਤੇ ਜਿਹੜਾ ਅਣਬਦਲਿਆ ਬਣਿਆ ਰਹਿੰਦਾ ਹੈ। ਜਿਸ ਨੇ ਉਸ ਇੱਕ ਨੂੰ ਫੜ ਲਿਆ, ਉਹਦੇ ਜੀਵਨ 'ਚ ਆਨੰਦ ਦੀ ਬਾਰਿਸ਼ ਹੋ ਜਾਂਦੀ ਹੈ। ਜਿਸ ਨੇ ਅਨੇਕਾਂ ਨੂੰ ਫੜਿਆ, ਉਹ ਇੱਕ ਦੁੱਖ ਤੋਂ ਦੂਜੇ ਦੁੱਖ 'ਚ ਜਾਂਦਾ ਹੈ। ਉਹਨੂੰ ਸੁੱਖ ਮਿਲਦਾ ਨਹੀਂ, ਬਸ ਸੁੱਖ ਦਾ ਅਹਿਸਾਸ ਹੁੰਦਾ ਹੈ। ਜਦ ਇੱਕ ਦੁੱਖ ਤੋਂ ਦੂਜੇ ਦੁੱਖ 'ਚ ਜਾਂਦਾ ਤਾਂ ਵਿਚਾਲੇ ਜਿਹੜਾ ਥੋੜ੍ਹਾ ਜਿਹਾ ਬਦਲਾਹਟ ਦਾ ਅੰਤਰਾਲ ਹੁੰਦਾ ਹੈ, ਉਸ ਵਿੱਚ ਉਹਨੂੰ ਸੁੱਖ ਦੀ ਆਸ ਹੁੰਦੀ ਹੈ। ਤੁਸੀਂ ਕਿੰਨੀ ਵਾਰ ਮਕਾਨ ਬਦਲੇ, ਕਿੰਨੀ ਵਾਰ ਕਾਰ ਬਦਲੀ। ਜਦ ਤੁਸੀਂ ਪੁਰਾਣੀ ਕਾਰ ਨੂੰ ਬਦਲਦੇ ਹੋ, ਨਵੀਂ ਕਾਰ ਨਾਲ ਤਾਂ ਬਦਲਾਹਟ ਦੇ ਵਿਚਕਾਰ ਥੋੜ੍ਹਾ ਜਿਹਾ ਅੰਤਰਾਲ ਹੁੰਦਾ ਹੈ, ਜਿਸ 'ਚ ਤੁਹਾਨੂੰ ਲੱਗਦਾ ਹੈ ਬਹੁਤ ਸੁੱਖ ਮਿਲਣ ਵਾਲਾ ਹੈ। ਪਰ ਅਜਿਹਾ ਹੀ ਤੁਹਾਨੂੰ ਪਹਿਲਾਂ ਵੀ ਲੱਗਿਆ ਸੀ ਜਦੋਂ ਤੁਸੀਂ ਪਹਿਲੀ ਕਾਰ ਬਦਲੀ ਸੀ, ਅਤੇ ਅਜਿਹਾ ਹੀ ਤੁਹਾਨੂੰ ਫੇਰ ਲੱਗੇਗਾ ਜਦ ਤੁਸੀਂ ਫੇਰ ਕਾਰ ਬਦਲੋਗੇ। ਇੱਕ ਪਤਨੀ ਨੂੰ ਦੂਜੀ ਪਤਨੀ ਨਾਲ ਬਦਲ ਲਓ, ਇੱਕ ਪਤੀ ਨੂੰ ਦੂਜੇ ਪਤੀ ਨਾਲ ਬਦਲ ਲਓ, ਬਸ ਵਿਚਾਲੇ ਇੱਕ ਆਸ ਦੀ ਕਿਰਨ ਮਾਲੂਮ ਹੁੰਦੀ ਹੈ। ਇਵੇਂ ਹੀ ਜਿਵੇਂ ਤੁਸੀਂ ਵੇਖਿਆ ਹੈ, ਲੋਕ ਕਿਸੇ ਦੀ ਲਾਸ਼ ਨੂੰ ਮੋਢਿਆਂ 'ਤੇ ਚੁੱਕ ਕੇ ਸ਼ਮਸ਼ਾਨ ਲੈ ਜਾਂਦੇ ਹੈ। ਰਾਹ 'ਚ ਮੋਢਾ ਬਦਲਦੇ ਹੈ, ਇੱਕ ਮੋਢੇ 'ਤੇ ਭਾਰ ਵੱਧ ਜਾਂਦਾ ਹੈ, ਚੁੱਕ ਕੇ ਦੂਜੇ 'ਤੇ ਰੱਖ ਲੈਂਦੇ ਹੈ। ਬਸ ਥੋੜ੍ਹੀ ਦੇਰ ਲਈ ਲੱਗਦਾ ਹੈ ਰਾਹਤ ਮਿਲੀ, ਕਿਉਂਕਿ ਭਾਰ ਤਾਂ ਉਹੀ ਦਾ ਉਹੀ ਹੈ। ਰਾਹਤ ਮਿਲੇਗੀ ਕਿਵੇਂ? ਬਸ ਮੋਢਾ ਥੋੜ੍ਹੀ ਦੇਰ 'ਚ ਥੱਕ ਜਾਂਦਾ ਹੈ, ਫਿਰ ਮੋਢਾ ਬਦਲ ਲੈਂਦੇ ਹੈ। ਤੁਸੀਂ ਮੋਢੇ ਬਦਲ ਰਹੇ ਹੋ, ਬਸ ਵਿਚਕਾਰ ਥੋੜ੍ਹਾ ਜਿਹਾ ਆਸਾਰ ਲੱਗਦਾ ਹੈ ਕਿ ਸੁੱਖ ਮਿਲਿਆ। ਸੁੱਖ ਤੁਹਾਨੂੰ ਕਦੇ ਮਿਲਿਆ ਨਹੀਂ, ਪਰਤ ਕੇ ਵੇਖੋ। ਤੁਹਾਨੂੰ ਇੱਕ ਪਲ ਲਈ ਵੀ ਅਜਿਹਾ ਮਾਲੂਮ ਨਹੀਂ ਹੋਏਗਾ ਜਦ ਤੁਸੀਂ ਸੁੱਖ ਨੂੰ ਜਾਣਿਆ ਹੋਵੇ, ਜਿਸ ਲਈ ਤੁਸੀਂ ਪਰਮਾਤਮਾ ਨੂੰ ਧੰਨਵਾਦ ਦੇ ਸਕੋ। ਦੁੱਖ ਹੀ ਦੁੱਖ ਹੈ, ਅਤੇ ਲੋਕ ਇੱਕ ਦੁੱਖ ਨੂੰ ਦੂਜੇ ਦੁੱਖ ਵਿੱਚ ਬਦਲਦੇ ਰਹਿੰਦੇ ਹੈ। ਪੁਰਾਣਾ ਦੁੱਖ ਛੱਡਦੇ ਆ, ਨਵਾਂ ਫੜ ਲੈਂਦੇ ਆ। ਥੋੜ੍ਹਿਆਂ ਦਿਨਾਂ 'ਚ ਇਹ ਵੀ ਪੁਰਾਣਾ ਹੋ ਜਾਂਦਾ, ਫਿਰ ਇਹਨੂੰ ਛੱਡਦੇ ਆ, ਫਿਰ ਨਵਾਂ ਫੜ ਲੈਂਦੇ ਆ। ਆਸ ਬਣੀ ਰਹਿੰਦੀ ਹੈ ਕਿ ਕਦੇ ਸੁੱਖ ਮਿਲੇਗਾ। ਇਹ ਰਾਹ ਸੁੱਖ ਨੂੰ ਪਾਉਣ ਦਾ ਨਹੀਂ ਹੈ, ਕਿਉਂਕਿ ਤੁਸੀਂ ਲਹਿਰਾਂ ਨੂੰ ਲਹਿਰਾਂ ਨਾਲ ਬਦਲ ਰਹੇ ਹੋ। ਸੁੱਖ ਨੂੰ ਪਾਉਣ ਦਾ ਰਾਹ ਲਹਿਰ ਨਾਲ ਸਾਗਰ 'ਚ ਉਤਰਨਾ ਹੈ। ਲਹਿਰਾਂ ਅਨੇਕ, ਸਾਗਰ ਇੱਕ। 18,000 ਹੋਣਗੇ ਅਸਤਿਤਵ, ਪਰ ਸੱਤਾ ਇੱਕ ਹੈ। ਸਾਰਿਆਂ ਦੇ ਅੰਦਰ ਇੱਕ ਹੀ ਲੁਕਿਆ ਹੈ। ਸਾਰੇ ਜੀਵਨ ਦੀ ਕਲਾ ਇਸ 'ਚ ਛੋਟੇ ਜਿਹੇ ਸੂਤਰ 'ਚ ਪੂਰੀ ਹੋ ਜਾਂਦੀ ਹੈ ਕਿ ਤੁਸੀਂ ਇੱਕ ਨੂੰ ਲੱਭ ਲਓ, ਤੁਸੀਂ ਧਾਗੇ ਨੂੰ ਪਾ ਲਓ। ਜੇਕਰ ਉਹਦਾ ਲੇਖਾ ਹੋਵੇ ਤਾਂ ਲਿਖੀਏ, ਪਰ ਸਾਰਾ ਲੇਖਾ ਜੋਖਾ ਮਿਟ ਜਾਣ ਵਾਲਾ ਹੈ। ਨਾਨਕ ਕਹਿੰਦੇ ਹੈ, ਉਹ ਸਭ ਤੋਂ ਮਹਾਨ ਹੈ, ਉਹ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ। ਲੇਖਾ ਹੋਏ ਤਾਂ ਲਿਖੀਏ, ਲਿਖਿਆ ਹੋਏ ਵਿਨਾਸ਼, ਨਾਨਕ ਵੱਡਾ ਆਖੀਏ, ਆਪੇ ਜਾਣੇ ਆਪ। ਉਹਦੇ ਸੰਬੰਧ ਵਿੱਚ ਕੁਝ ਲਿਖਿਆ ਨਹੀਂ ਜਾ ਸਕਦਾ, ਕਿਉਂਕਿ ਲਿਖਿਆ ਹੋਇਆ ਤਾਂ ਮਿਟ ਜਾਂਦਾ ਹੈ, ਉਹ ਕਦੇ ਮਿਟਦਾ ਨਹੀਂ। ਤਾਂ ਜਿਹੜਾ ਕਦੇ ਮਿਟਦਾ ਨਹੀਂ, ਉਹਨੂੰ ਮਿਟਣ ਵਾਲੀ ਚੀਜ਼ ਕਿਵੇਂ ਖਬਰ ਦੇਵੇਗੀ? ਸਾਰੇ ਲੇਖੇ ਗੁਆਚ ਜਾਂਦੇ ਹੈ। ਕਿੰਨੇ ਸ਼ਾਸਤਰ ਗੁਆਚ ਗਏ, ਕਿੰਨੇ ਸ਼ਾਸਤਰ ਅੱਜ ਹਨ, ਉਹ ਵੀ ਸਾਰੇ ਗੁਆਚ ਜਾਣਗੇ। ਕਿੰਨੇ ਸ਼ਬਦ ਪੈਦਾ ਹੋਏ ਜਗਤ ਵਿੱਚ ਅਤੇ ਲੀਨ ਹੋ ਗਏ, ਪਰ ਸੱਤਿਅ ਤਾਂ ਬਣਿਆ ਹੋਇਆ ਹੈ। ਸੋ ਦੋਹਾਂ ਦਾ ਗੁਣ ਧਰਮ ਵੱਖਰਾ ਹੈ, ਲੱਛਣ ਵੱਖਰਾ ਹੈ। ਜੋ ਲਿਖਿਆ ਜਾਂਦਾ ਉਹ ਤਾਂ ਮਿਟ ਜਾਏਗਾ। ਜੇਕਰ ਜਿਹੜਾ ਬਿਨਾਂ ਲਿਖਿਆ ਹੈ, ਜੇਕਰ ਤੁਸੀਂ ਕੋਰੇ ਕਾਗਜ਼ ਨੂੰ ਪੜ੍ਹਨਾ ਸਿੱਖ ਲਓ ਤਾਂ ਤੁਸੀਂ ਪਰਮਾਤਮਾ ਨੂੰ ਸਮਝ ਪਾਓਗੇ। ਅਜਿਹਾ ਹੋਇਆ ਮਹਾਰਾਸ਼ਟਰ ਵਿੱਚ। 3 ਸੰਤ ਹੋਏ, ਏਕਨਾਥ ਹੋਏ, ਨਿਵ੍ਰਿਤੀਨਾਥ ਹੋਏ, ਇੱਕ ਫਕੀਰ ਇਸਤਰੀ ਹੋਈ, ਮੁਕਤਾਬਾਈ। ਇੱਕ ਨਾਥ ਨੇ ਖਤ ਲਿਖਿਆ ਨਿਵ੍ਰਿਤੀਨਾਥ ਨੂੰ, ਪਰ ਖਤ ਕੋਰਾ ਕਾਗਜ਼ ਸੀ, ਉਹਦੇ 'ਚ ਕੁਝ ਲਿਖਿਆ ਨਹੀਂ ਸੀ, ਬਸ ਖਾਲੀ ਕਾਗਜ਼ ਸੀ। ਸੁਨੇਹਾ ਦੇਣ ਵਾਲੇ ਦੇ ਹੱਥ ਭੇਜਿਆ। ਨਿਵ੍ਰਿਤੀਨਾਥ ਦੇ ਹੱਥ 'ਚ ਕਾਗਜ਼ ਗਿਆ, ਉਹਨਾਂ ਨੇ ਬਹੁਤ ਰਸ ਲੈ ਕੇ ਪੜ੍ਹਿਆ। ਲਿਖਿਆ ਉਹਦੇ ਵਿੱਚ ਕੁਝ ਵੀ ਨਹੀਂ ਸੀ, ਪਰ ਬਹੁਤ ਧਿਆਨ ਨਾਲ ਪੜ੍ਹਿਆ। ਪੜ੍ਹ ਕੇ ਫਿਰ ਮੁਕਤਾਬਾਈ ਨੂੰ ਦੇ ਦਿੱਤਾ ਵੀ ਤੂੰ ਵੀ ਪੜ੍ਹ। ਫਿਰ ਮੁਕਤਾਬਾਈ ਨੇ ਵੀ ਉਹਨੂੰ ਗੌਰ ਨਾਲ ਪੜ੍ਹਿਆ। ਫਿਰ ਦੋਵੇਂ ਆਨੰਦ ਭਾਵ ਨਾਲ ਖੁਸ਼ ਹੋਏ। ਫਿਰ ਸੁਨੇਹਾ ਲਿਆਉਣ ਵਾਲੇ ਨੂੰ ਕਿਹਾ ਕਿ ਜਵਾਬ 'ਚ ਸਾਡਾ ਖਤ ਲੈ ਜਾਓ, ਅਤੇ ਉਹੀ ਕੋਰਾ ਕਾਗਜ਼ ਵਾਪਸ ਦੇ ਦਿੱਤਾ। ਸੁਨੇਹਾ ਲਿਆਉਣ ਵਾਲਾ ਬਹੁਤ ਮੁਸ਼ਕਿਲ 'ਚ ਪਿਆ। ਪਹਿਲਾਂ ਜਦ ਲਿਆਇਆ ਸੀ ਤਦ ਤਾਂ ਉਹਨੂੰ ਪਤਾ ਨਹੀਂ ਸੀ ਕਿ ਕਾਗਜ਼ ਕੋਰਾ ਹੈ, ਲਿਫਾਫੇ 'ਚ ਬੰਦ ਸੀ। ਹੁਣ ਤਾਂ ਉਹਨੇ ਵੇਖ ਲਿਆ ਵੀ ਇਹਦੇ 'ਚ ਕੁਝ ਨਹੀਂ ਲਿਖਿਆ ਹੋਇਆ। ਉਹਨੇ ਕਿਹਾ, ਮਹਾਰਾਜ, ਇਹ ਤੋਂ ਪਹਿਲਾਂ ਕਿ ਮੈਂ ਜਾਵਾਂ ਮੇਰੀ ਵੀ ਇੱਕ ਜਿਗਿਆਸਾ ਪੂਰੀ ਕਰ ਦਿਓ। ਲਿਖਿਆ ਕੁਝ ਵੀ ਨਹੀਂ ਹੈ, ਪੜ੍ਹਿਆ ਕਿਵੇਂ? ਅਤੇ ਨਾ ਕੇਵਲ ਤੁਸੀਂ ਪੜ੍ਹਿਆ, ਮੁਕਤਾਬਾਈ ਨੇ ਵੀ ਪੜ੍ਹਿਆ। ਤੁਸੀਂ ਦੋਨੋਂ ਹੀ ਖੁਸ਼ ਵੀ ਹੋਏ।
ਇੰਨੇ ਗੌਰ ਨਾਲ ਪੜ੍ਹਿਆ ਵੀ ਜ਼ਰੂਰ ਕੁਝ ਪੜ੍ਹਿਆ। ਮੈਨੂੰ ਵੀ ਲੱਗਿਆ ਕਿ ਕੀ ਪੜ੍ਹਿਆ। ਤੇ ਫਿਰ ਇਹ ਹੀ ਕਾਗਜ਼ ਤੁਸੀਂ ਬਿਨਾਂ ਕੁਝ ਲਿਖੇ ਵਾਪਸ ਭੇਜ ਰਹੇ ਹੋ। ਨਿਵ੍ਰਿਤੀ ਨਾਥ ਨੇ ਕਿਹਾ ਵੀ ਏਕਨਾਥ ਨੇ ਖਬਰ ਭੇਜੀ ਹੈ ਕਿ ਜੇਕਰ ਉਹਨੂੰ ਪੜ੍ਹਨਾ ਹੈ ਤਾਂ ਖਾਲੀ ਕਾਗਜ਼ ਉੱਤੇ ਪੜ੍ਹਨਾ ਪਏਗਾ, ਤੇ ਭਰੇ ਹੋਏ ਕਾਗਜ਼ 'ਤੇ ਤੁਸੀਂ ਜੋ ਵੀ ਪੜ੍ਹੋਗੇ ਉਹ ਨਹੀਂ ਹੈ। ਅਸੀਂ ਰਾਜ਼ੀ ਹਾਂ, ਅਸੀਂ ਗੱਲ ਸਮਝ ਗਏ। ਸਾਡਾ ਇਹ ਜਵਾਬ ਹੈ ਕਿ ਅਸੀਂ ਸਮਝ ਗਏ, ਅਸੀਂ ਰਾਜ਼ੀ ਹਾਂ, ਗੱਲ ਬਿਲਕੁਲ ਠੀਕ ਹੈ। ਕਿਤਾਬਾਂ ਤਾਂ ਲਿਖੀਆਂ ਹੋਈਆਂ ਸਨ, ਪਰਮਾਤਮਾ ਤਾਂ ਅਣਲਿਖਿਆ ਹੈ। ਕਿਤਾਬਾਂ ਕਿਵੇਂ ਉਹਨੂੰ ਕਹਿਣਗੀਆਂ? ਅਣਲਿਖੇ ਨੂੰ ਪੜ੍ਹਨਾ ਸਿੱਖਣਾ ਹੋਵੇ ਤਾਂ ਵੇਦ ਪੜ੍ਹੋ, ਗੁਰੂ ਗ੍ਰੰਥ ਪੜ੍ਹੋ, ਕੁਰਾਨ ਪੜ੍ਹੋ। ਲਿਖੇ ਹੋਏ ਹਿੱਸੇ ਨੂੰ ਛੱਡ ਦੇਣਾ, ਗੈਰ ਲਿਖੇ ਹਿੱਸੇ ਨੂੰ ਪੜ੍ਹ ਲੈਣਾ। ਲਿਖੇ ਹਿੱਸੇ ਨੂੰ ਛੱਡ ਦੇਣਾ, ਗੈਰ ਲਿਖੇ ਨੂੰ ਸਾਂਭ ਲੈਣਾ। ਲਕੀਰਾਂ ਦੇ ਵਿਚਕਾਰ, ਸ਼ਬਦਾਂ ਦੇ ਵਿਚਕਾਰ ਜਿੱਥੇ ਜਿੱਥੇ ਖਾਲੀ ਥਾਂ ਹੋਵੇ ਉਹਨੂੰ ਪੜ੍ਹ ਲੈਣਾ, ਉਹਨੂੰ ਗੁਣ ਲੈਣਾ। ਜੇਕਰ ਤੁਸੀਂ ਲਿਖੇ ਹੋਏ ਨੂੰ ਪੜ੍ਹਿਆ ਤੁਸੀਂ ਪੰਡਤ ਹੋ ਜਾਓਗੇ। ਜੇ ਤੁਸੀਂ ਅਣਲਿਖੇ ਨੂੰ ਪੜ੍ਹਿਆ ਤਾਂ ਗਿਆਨੀ ਹੋ ਜਾਓਗੇ। ਜੇਕਰ ਲਿਖੇ ਹੋਏ ਨੂੰ ਚੇਤੇ ਕਰ ਲਿਆ ਤਾਂ ਤੁਹਾਡੇ ਕੋਲ ਬਹੁਤ ਖਬਰਾਂ ਇਕੱਠੀਆਂ ਹੋ ਜਾਣਗੀਆਂ, ਅਤੇ ਜੇ ਅਣਲਿਖੇ ਨੂੰ ਚੇਤੇ ਕਰ ਲਿਆ ਤਾਂ ਤੁਸੀਂ ਨਿੱਕੇ ਬੱਚੇ ਦੀ ਤਰ੍ਹਾਂ ਸਰਲ ਹੋ ਜਾਓਗੇ। ਅਣਲਿਖੇ ਨਾਲ ਹੀ ਦੁਆਰ ਹੈ। ਇਸ ਲਈ ਨਾਨਕ ਕਹਿੰਦੇ ਹੈ ਉਹਦਾ ਕੋਈ ਲੇਖਾ ਹੈ ਜਿਹੜਾ ਲਿਖਿਆ ਜਾ ਸਕੇ। ਕਿਸੇ ਨੇ ਕਦੇ ਉਹਦੇ ਸੰਬੰਧ ਕੁਝ ਜਾਣਿਆ ਹੈ ਜਿਹਨੂੰ ਜਾਣਕਾਰੀ ਬਣਾਇਆ ਜਾ ਸਕੇ? ਕੋਈ ਖਬਰ ਉਹਦੀ ਸੂਚਨਾ ਨਹੀਂ ਬਣ ਸਕਦੀ। ਜਿਨ੍ਹਾਂ ਨੇ ਜਾਣਿਆ ਹੈ ਉਹ ਤਾਂ ਚੁੱਪ ਹੈ। ਜੇਕਰ ਉਹ ਕੁਝ ਕਹਿੰਦੇ ਵੀ ਹਨ ਤਾਂ ਕੇਵਲ ਚੁੱਪੀ ਦੇ ਵੱਲ ਇਸ਼ਾਰਾ ਕਰਨ ਨੂੰ ਕਹਿੰਦੇ ਹਨ। ਜੇਕਰ ਉਹਨਾਂ ਨੇ ਕੁਝ ਲਿਖਿਆ ਵੀ ਹੈ ਤਾਂ ਇਸ ਲਈ ਲਿਖਿਆ ਹੈ ਤਾਂ ਕਿ ਤੁਸੀਂ ਅਣਲਿਖੇ ਨੂੰ ਪੜ੍ਹਨਾ ਸ਼ੁਰੂ ਕਰ ਦਿਓ। ਨਾ ਉਹਦਾ ਕੋਈ ਲੇਖਾ ਹੈ ਜਿਹੜਾ ਲਿਖਿਆ ਜਾ ਸਕੇ। ਜਿਹੜਾ ਲਿਖਿਆ ਗਿਆ ਉਹ ਸਾਰਾ ਕੁਝ ਤਾਂ ਮਿਟ ਜਾਣ ਵਾਲਾ ਹੈ। ਕਿੰਨਾ ਹੀ ਸੰਭੋ ਕਿਤਾਬਾਂ ਨੂੰ, ਉਹ ਗਵਾਚ ਹੀ ਜਾਣਗੀਆਂ। ਕਿਤਾਬਾਂ ਕਾਗਜ਼ ਦੀਆਂ ਹਨ, ਸਿਆਹੀ ਨਾਲ ਲਿਖੇ ਅੱਖਰ ਹਨ। ਇਸ ਤੋਂ ਬਹੁਤਾ ਪਰਿਵਰਤਨਸ਼ੀਲ ਤੁਸੀਂ ਹੋਰ ਕੁਝ ਪਾਓਗੇ? ਕਾਗਜ਼ ਦੀ ਬੇੜੀ ਸਮਝੋ। ਅਤੇ ਜਿਹੜੇ ਲੋਕ ਸ਼ਾਸਤਰਾਂ ਉੱਤੇ ਸਵਾਰ ਹੋ ਕੇ ਪਰਮਾਤਮਾ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਕਾਗਜ਼ ਦੀ ਬੇੜੀ 'ਤੇ ਸਵਾਰ ਹਨ। ਬੇੜੀਆਂ ਤਾਂ ਡੁੱਬਣਗੀਆਂ ਹੀ, ਉਹਨਾਂ ਦੇ ਨਾਲ ਯਾਤਰੀ ਵੀ ਡੁੱਬਣਗੇ। ਤੁਸੀਂ ਕਾਗਜ਼ ਦੀ ਬੇੜੀ ਉੱਤੇ ਨਾ ਜਾਣਾ। ਬੱਚਿਆਂ ਦੇ ਖੇਡਣ ਲਈ ਠੀਕ ਹੈ ਕਾਗਜ਼ਾਂ ਦੀਆਂ ਬੇੜੀਆਂ, ਪਰ ਯਾਤਰਾ ਕਰਨ ਲਈ ਠੀਕ ਨਹੀਂ। ਇਹ ਯਾਤਰਾ ਮਹਾਨ ਹੈ, ਇਸ ਤੋਂ ਵੱਡੀ ਕੋਈ ਯਾਤਰਾ ਨਹੀਂ ਹੈ, ਕਿਉਂਕਿ ਇਸ ਤੋਂ ਮਹਾਨ ਕੋਈ ਸਾਗਰ ਨਹੀਂ ਹੈ। ਨਹੀਂ, ਸ਼ਾਸਤਰ ਨਾਲ ਕੰਮ ਨਹੀਂ ਚੱਲੇਗਾ। ਸ਼ਾਸਤਰ ਦਾ ਇਸ਼ਾਰਾ ਸਮਝ ਲੈਣਾ, ਇਸ਼ਾਰਾ ਇੱਕ ਹੀ ਹੈ ਕਿ ਤੁਸੀਂ ਖਾਲੀ ਹੋ ਜਾਓ। ਪਰ ਆਦਮੀ ਦੀ ਮੂਰਖਤਾ ਦਾ ਕੋਈ ਅੰਤ ਨਹੀਂ। ਜਿਹੜੇ ਸਾਨੂੰ ਕਹਿੰਦੇ ਆ ਵੀ ਖਾਲੀ ਹੋ ਜਾਓ, ਅਸੀਂ ਉਹਨਾਂ ਨੂੰ ਹੀ ਫੜ ਕੇ ਆਪਣੇ ਆਪ ਨੂੰ ਭਰ ਲੈਂਦੇ ਹਾਂ। ਅਸੀਂ ਉਹਨਾਂ ਨੂੰ ਹੀ ਆਪਣੀ ਖੋਪੜੀ 'ਚ ਸਾਂਭ ਕੇ ਰੱਖ ਲੈਂਦੇ ਹਾਂ। ਫਿਰ ਅਸੀਂ ਪਰਿਵਰਤਨਸ਼ੀਲ ਦੇ ਚੱਕਰ 'ਚ ਪੈ ਜਾਂਦੇ ਹਾਂ। ਹੋਰ ਸਾਡੀਆਂ ਤਮੰਨਾਵਾਂ ਅਤੇ ਬੁੱਧੀ, ਜਿਹਨੂੰ ਅਸੀਂ ਬੁੱਧੀ ਕਹਿੰਦੇ ਹਾਂ, ਜ਼ਰਾ ਕੁ ਵੀ ਬੁੱਧੀਮਾਨੀ ਦੀ ਖਬਰ ਨਹੀਂ ਦਿੰਦੀ। ਮੈਂ ਸੁਣਿਆ ਸਿਕੰਦਰ ਉਸ ਪਾਣੀ ਦੀ ਤਲਾਸ਼ 'ਚ ਸੀ ਜਿਹਨੂੰ ਪੀਣ ਨਾਲ ਲੋਕ ਅਮਰ ਹੋ ਜਾਂਦੇ ਹੈ। ਉਹਦੇ ਸੰਬੰਧ 'ਚ ਬਹੁਤ ਮਸ਼ਹੂਰ ਕਹਾਣੀ ਹੈ ਕਿ ਅੰਮ੍ਰਿਤ ਦੀ ਤਲਾਸ਼ 'ਚ ਸੀ। ਕਹਿੰਦੇ ਹੈ ਦੁਨੀਆ ਭਰ ਨੂੰ ਜਿੱਤਣ ਦਾ ਜਿਹੜਾ ਉਹਨੇ ਅਡੰਬਰ ਕੀਤਾ ਉਹ ਵੀ ਅੰਮ੍ਰਿਤ ਦੀ ਤਲਾਸ਼ ਲਈ। ਅਤੇ ਕਹਾਣੀ ਹੈ ਵੀ ਅਖੀਰ ਉਹਨੂੰ ਉਹ ਥਾਂ ਮਿਲ ਗਈ। ਉਸ ਗੁਫਾ 'ਚ ਪ੍ਰਵੇਸ਼ ਕਰ ਗਿਆ ਜਿੱਥੇ ਅੰਮ੍ਰਿਤ ਦਾ ਝਰਨਾ ਸੀ। ਆਨੰਦਿਤ ਹੋ ਗਿਆ। ਜਨਮਾਂ ਜਨਮਾਂ ਦੀ ਜੀਵਨ ਦੀ ਇੱਛਾ ਦੀ ਤ੍ਰਿਪਤੀ ਦਾ ਪਲ ਆ ਗਿਆ। ਸਾਹਮਣੇ ਕਲ ਨਾਦ ਕਰਦਾ ਹੋਇਆ ਝਰਨਾ ਸੀ। ਇਸੇ ਗੁਫਾ ਦੀ ਤਲਾਸ਼ ਸੀ। ਝੁਕਿਆ ਹੀ ਸੀ ਕਿ ਬੁੱਕ 'ਚ ਭਰ ਲਵੇ ਅੰਮ੍ਰਿਤ ਨੂੰ, ਪੀ ਜਾਵੇ, ਅਮਰ ਹੋ ਜਾਏ, ਕਿ ਕਾਂ ਗੁਫਾ ਦੇ ਅੰਦਰ ਬੈਠਾ ਹੋਇਆ ਸੀ। ਉਹ ਜ਼ੋਰ ਨਾਲ ਬੋਲਿਆ, ਠਹਿਰ, ਰੁਕ, ਇਹ ਭੁੱਲ ਨਾ ਕਰੀ। ਸਿਕੰਦਰ ਨੇ ਕਾਂ ਦੇ ਵੱਲ ਵੇਖਿਆ। ਕਾਂ ਬਹੁਤ ਦੁਰਗਤੀ ਦੀ ਹਾਲਤ ਵਿੱਚ ਸੀ। ਪਛਾਣਨਾ ਮੁਸ਼ਕਲ ਸੀ ਕਿ ਕਾਂ ਹੈ। ਖੰਭ ਝੜ ਗਏ ਸਨ, ਅੱਖਾਂ ਅੰਨੀਆਂ ਹੋ ਗਈਆਂ ਸਨ। ਇਹੋ ਜਿਹਾ ਟੁੱਟਿਆ ਖੁੱਸਿਆ ਉਹਨੇ ਕਦੇ ਕਾਂ ਨਹੀਂ ਸੀ ਵੇਖਿਆ। ਬਸ ਕੰਕਾਲ ਸੀ। ਸਿਕੰਦਰ ਨੇ ਪੁੱਛਿਆ, ਰੋਕਣ ਦਾ ਕਾਰਨ? ਤੇ ਰੋਕਣ ਵਾਲਾ ਤੂੰ ਕੌਣ? ਕਾਂ ਨੇ ਕਿਹਾ, ਮੇਰੀ ਕਹਾਣੀ ਸੁਣ ਲੈ। ਮੈਂ ਵੀ ਅੰਮ੍ਰਿਤ ਦੀ ਭਾਲ 'ਚ ਸੀ ਅਤੇ ਇਹ ਗੁਫਾ ਮੈਨੂੰ ਵੀ ਮਿਲ ਗਈ ਸੀ ਅਤੇ ਮੈਂ ਵੀ ਇਹ ਅੰਮ੍ਰਿਤ ਪੀ ਲਿਆ। ਹੁਣ ਮੈਂ ਮਰ ਨਹੀਂ ਸਕਦਾ। ਹੁਣ ਮੈਂ ਮਰਨਾ ਚਾਹੁੰਦਾ। ਵੇਖ ਮੇਰੀ ਹਾਲਤ, ਅੱਖਾਂ ਅੰਨੀਆਂ ਹੋ ਗਈਆਂ, ਦੇਹ ਜਰਾ ਜੀਰਨ ਹੋ ਗਈ ਹੈ, ਖੰਭ ਝੜ ਗਏ ਹੈ, ਉੱਡ ਵੀ ਨਹੀਂ ਸਕਦਾ, ਪੈਰ ਢਹਿ ਪਏ ਹਨ, ਗਲ ਗਏ ਹਨ, ਪਰ ਮਰ ਨਹੀਂ ਸਕਦਾ। ਇੱਕ ਵਾਰ ਮੇਰੇ ਵੱਲ ਵੇਖ ਲੈ, ਫਿਰ ਤੇਰੀ ਮਰਜ਼ੀ ਹੋਵੇ ਤਾਂ ਅੰਮ੍ਰਿਤ ਪੀ ਲਈ। ਪਰ ਹੁਣ ਮੈਂ ਚੀਖ ਰਿਹਾ, ਰੌਲਾ ਪਾ ਰਿਹਾ, ਮੈਨੂੰ ਕੋਈ ਮਾਰ ਸੁੱਟੇ, ਲੇਕਿਨ ਮਾਰਿਆ ਨਹੀਂ ਜਾ ਸਕਦਾ, ਜੀ ਵੀ ਨਹੀਂ ਸਕਦਾ, ਕਿਉਂਕਿ ਜਿਉਣ ਦੇ ਸਾਰੇ ਸਾਧਨ ਖਤਮ ਹੁੰਦੇ ਜਾ ਰਹੇ ਹਨ। ਅਤੇ ਮਰ ਵੀ ਨਹੀਂ ਸਕਦਾ ਕਿਉਂਕਿ ਇਹ ਅੰਮ੍ਰਿਤ ਦਿੱਕਤ ਹੋ ਗਿਆ। ਹੁਣ ਪਰਮਾਤਮਾ ਅੱਗੇ ਕੀ ਪ੍ਰਾਰਥਨਾ ਕਰ ਰਿਹਾ ਵੀ ਮੈਨੂੰ ਮਾਰ ਸੁੱਟ।
ਮੈਨੂੰ ਮਾਰ ਸੁੱਟ, ਬਸ ਇੱਕੋ ਹੀ ਇੱਛਾ ਹੈ ਕਿ ਕਿਸੇ ਤਰ੍ਹਾਂ ਮਰ ਜਾਵਾਂ। ਹੁਣ ਮਰ ਨਹੀਂ ਸਕਦਾ। ਠਹਿਰ ਜਾ, ਸੋਚ ਲੈ ਇੱਕ ਵਾਰ, ਫਿਰ ਤੇਰੀ ਮਰਜ਼ੀ। ਧੰਨਵਾਦ।